ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਵਾਲੇ ਪਾਸੇ ਆਉਨੇ ਆ। ਅੱਜ ਦੀ ਗੱਲ ਹੈ 6 ਜੱਜਾਂ ਦਾ ਖੱਤ ਤੇ ਉਸ ਤੋਂ ਬਾਅਦ ਲਿਫਾਫਿਆਂ ਦੀ ਜ਼ਿੰਮੇਵਾਰੀ। ਹਾਂਜੀ, ਜੱਜਾਂ ਦੇ ਖੱਤ ਦੀ ਖਬਰ ਤੇ ਤੁਹਾਡੇ ਕੋਲ ਹੈ, ਪਰ ਜਿਹੜੀ ਖਬਰ ਅਸੀਂ ਤੁਹਾਨੂੰ ਦੇਵਾਂਗੇ ਉਹ ਇਹ ਦੇਵਾਂਗੇ ਵੀ ਜਿਸ ਵੇਲੇ ਇਹ ਖਬਰ ਆ ਗਈ ਕਿ 6 ਜੱਜਾਂ ਨੇ ਖੱਤ ਲਿਖਿਆ ਹੈ ਤੇ ਫਿਰ ਮੀਡੀਆ ਦੇ ਉੱਤੇ ਇਸ ਖਬਰ ਨੂੰ ਕਿੰਜ ਢੱਕਿਆ ਗਿਆ, ਕਿੰਨੇ ਫੋਨ ਕੀਤੇ ਮੀਡੀਆ ਦੇ ਉੱਤੇ ਤੇ ਲਿਫਾਫਿਆਂ ਦੀਆਂ ਜ਼ਿੰਮੇਵਾਰੀਆਂ ਕੀ ਲੱਗੀਆਂ ਤੇ ਕਿਹੜੇ ਲਿਫਾਫੇ ਨੇ ਕਿਹੜੀ ਗੱਲ ਕੀਤੀ ਤੇ ਕਿਹੜੀ ਕਾਰਵਾਈ ਪਾਉਣ ਦੀ ਕੋਸ਼ਿਸ਼ ਕੀਤੀ। ਕੁਝ ਲਿਫਾਫੇ ਵਿੱਚੋਂ ਸਿਆਣੇ ਨਿਕਲੇ, ਉਹ ਪਤਲੀ ਗਲੀ ਨਿਕਲ ਗਏ ਤੇ ਕੁਝ ਨੇ ਫਿਰ ਆਪਣੇ ਆਪ ਨੂੰ ਬਿਜ਼ਤ ਕਰਾਉਣ ਵਾਸਤੇ ਕੰਮ ਅੱਗੇ ਕਰ ਦਿੱਤਾ। ਇਹ ਪੂਰਾ ਚਾਨਣ ਪਾਉਣੇ, ਲੇਕਿਨ ਜਿਹੜੇ ਦੋਸਤਾਂ ਨੂੰ ਨਹੀਂ ਪਤਾ ਵੀ ਇਹ ਗੱਲ ਕੀ, ਉਹਨਾਂ ਵਾਸਤੇ ਮੁਖਤਸਰ ਜਿਹਾ ਦੱਸ ਦਈਏ ਵੀ ਹੋਇਆ ਕੀ। ਹੋਇਆ ਇੰਜ ਹੈ ਕਿ ਇਸਲਾਮਾਬਾਦ ਹਾਈ ਕੋਰਟ ਦੇ 6 ਜੱਜਾਂ ਨੇ ਇੱਕ ਖੱਤ ਲਿਖਿਆ ਹੈ ਸੁਪਰੀਮ ਜੁਡੀਸ਼ੀਅਲ ਕੌਂਸਲ ਨੂੰ। ਸੁਪਰੀਮ ਜੁਡੀਸ਼ੀਅਲ ਕੌਂਸਲ ਜਿਹੜਾ ਹੁੰਦਾ ਉਹ ਪਾਕਿਸਤਾਨ ਦੀਆਂ ਸਾਰੀਆਂ ਅਦਾਲਤਾਂ ਤੋਂ ਸਮਝੋ ਕਿ ਉੱਤੇ ਇੱਕ ਫੋਰਮ ਹੁੰਦਾ। ਸੁਪਰੀਮ ਕੋਰਟ ਤੋਂ ਵੀ ਇੱਕ ਕਿਸਮ ਦਾ ਉਹਨੂੰ ਤੁਸੀਂ ਉੱਤੇ ਹੀ ਸਮਝੋ, ਹੁੰਦਾ ਤਾਂ ਨਹੀਂ ਉੱਤੇ, ਲੇਕਿਨ ਇੱਕ ਕਿਸਮ ਦਾ, ਕਿਉਂਕਿ ਉਹਦੇ ਵਿੱਚ ਜਿਹੜਾ ਉਹਦੀ ਸਰਬਰਾਹੀ ਕਰਦਾ ਸੁਪਰੀਮ ਜੁਡੀਸ਼ੀਅਲ ਕੌਂਸਲ ਦੀ, ਉਹ ਚੀਫ ਜਸਟਿਸ ਆਫ ਪਾਕਿਸਤਾਨ ਹੁੰਦਾ, ਜਿਹੜਾ ਇਸ ਵੇਲੇ ਕਾਜ਼ੀ ਫਾਇਜ਼ ਈਸਾ ਹੈ। ਫਿਰ ਇੱਕ ਦੋ ਜੱਜ ਜਿਹੜੇ ਸੀਨੀਅਰ ਮੋਸਟ ਹੁੰਦੇ ਨੇ ਸੁਪਰੀਮ ਕੋਰਟ 'ਚ ਉਹ ਹੁੰਦੇ ਨੇ, ਦੋ ਹਾਈ ਕੋਰਟਾਂ ਦੇ ਚੀਫ ਜਸਟਿਸ ਜਿਹੜੇ ਉਹਦੇ ਵਿੱਚ ਹੁੰਦੇ ਨੇ, ਤੇ ਇੰਜ ਇਹ ਰਲ ਕੇ ਸੁਪਰੀਮ ਜੁਡੀਸ਼ੀਅਲ ਕੌਂਸਲ ਬਣਦੀ ਹੈ। ਅਗਰ ਕਿਸੇ ਜੱਜ 'ਤੇ ਕਰਪਸ਼ਨ ਦਾ ਜਾਂ ਕੋਈ ਗਲਤ ਕੰਮ ਕਰਨ ਦਾ ਇਲਜ਼ਾਮ ਲੱਗੇ, ਸੁਪਰੀਮ ਕੋਰਟ ਦਾ ਜੱਜ ਹੋਵੇ ਭਾਵੇਂ ਹਾਈ ਕੋਰਟ ਦਾ ਹੋਵੇ, ਉਹਦਾ ਮੁਕੱਦਮਾ, ਉਹਦਾ ਕੇਸ ਇਸ ਸੁਪਰੀਮ ਜੁਡੀਸ਼ੀਅਲ ਕੌਂਸਲ ਜਾਂਦਾ ਹੈ ਤੇ ਉਹ ਉਹਨੂੰ ਵੇਖ ਕੇ ਜੇ ਜੱਜ ਨੂੰ ਫਾਰਿਗ ਕਰਨਾ ਜਾਂ ਰੱਖਣਾ ਹੈ, ਜੋ ਵੀ ਕੰਮ ਕਰਨਾ ਹੈ, ਉਹ ਇਹ ਫੋਰਮ ਫੈਸਲਾ ਕਰਦਾ। ਮਤਲਬ ਬੜਾ ਇਹ ਚੋਟੀ ਦਾ ਜਿਹੜਾ ਸਭ ਤੋਂ ਉਤਲਾ ਫੋਰਮ ਹੈ ਜੱਜਾਂ ਦਾ, ਉਹ ਇਹ ਹੈ। ਜਿਹੜੇ 6 ਜੱਜ ਨੇ, ਇਹਨਾਂ ਨੇ ਜਿਹੜੇ ਖੱਤ ਲਿਖੇ ਨੇ ਉਹਨਾਂ ਤਬਾਹੀ ਫੇਰ ਦਿੱਤੀ ਹੈ। ਉਸ ਖੱਤ ਦੇ ਵਿੱਚ ਉਹਨਾਂ ਜਿਹੜੀ ਗੱਲ ਲਿਖੀ ਹੈ ਉਹ ਉਹਨਾਂ ਨੇ ਇਹ ਦੱਸਿਆ ਹੈ ਕਿ ਜਨਾਬੇ ਵਾਲੀ ਇਹ ਕੰਮ ਸਾਰਾ ਮਈ 2023 ਤੋਂ ਇਹ ਕੰਮ ਸਾਰਾ ਜ਼ਿਆਦਾਤਰ ਸ਼ੁਰੂ ਹੋਇਆ, ਔਰ ਸਭ ਤੋਂ ਪਹਿਲੇ ਇਹਦੇ ਵਿੱਚ ਕੰਮ ਸਾਨੂੰ ਜਿਹੜਾ ਪਾਇਆ ਗਿਆ ਸੀ ਨਾ, ਉਹ ਜਿਸ ਵੇਲੇ ਇਮਰਾਨ ਖਾਨ ਸਾਹਿਬ ਦੇ ਖਿਲਾਫ ਇੱਕ ਕੇਸ ਸੀ। ਉਹ ਚੇਤੇ ਕਰੋ, ਜਿਹੜਾ ਇੱਕ ਟੈਰੀਅਨ ਵਾਈਟ ਵਾਲਾ ਕੇਸ ਇਮਰਾਨ ਖਾਨ ਸਾਹਿਬ ਦੇ ਖਿਲਾਫ ਕੀਤਾ ਸੀ, ਤੇ ਉਹਦੇ ਵਿੱਚ 2 ਜੱਜਾਂ ਨੇ ਕਿਹਾ ਸੀ ਕਿ ਇਹ ਕੇਸ ਬਣਦਾ ਹੀ ਨਹੀਂ ਹੈ, ਤੇ ਇੱਕ ਜੱਜ ਜਿਹੜੇ ਉਸ ਵੇਲੇ ਹਾਈ ਕੋਰਟ ਦੇ ਚੀਫ ਜਸਟਿਸ ਨੇ, ਇਸ ਵੇਲੇ ਵੀ ਆਮਿਰ ਫਾਰੂਕ ਸਾਹਿਬ, ਉਹਨਾਂ ਆਖਿਆ ਸੀ ਬਣਦਾ ਹੈ। ਹੁਣ ਇੱਕ ਅਦਾਲਤ ਦਾ ਇੱਕ ਕਾਨੂੰਨ ਹੈ ਕਿ ਜੱਜ ਜਿਹੜੇ ਨੇ ਉਹ ਸਾਰੇ ਬਰਾਬਰ ਹੁੰਦੇ ਨੇ, ਤੁਹਾਨੂੰ ਪਹਿਲਾਂ ਪਤਾ ਹੋਵੇ। ਚੀਫ ਜਸਟਿਸ ਜਿਹੜਾ ਉਹਦਾ ਵੀ ਇੱਕ ਵੋਟ ਹੁੰਦਾ ਮੁਕੱਦਮੇ 'ਚ, ਤੇ ਦੂਜੇ ਜੱਜ ਦਾ ਵੀ। ਅਗਰ 3 ਜੱਜ ਬੈਠੇ ਨੇ ਤੇ ਉਹਨਾਂ 'ਚੋਂ 2 ਅਗਰ ਇੱਕ ਫੈਸਲਾ ਕਰ ਦੇਣ ਤੇ ਇੱਕ ਜੱਜ ਜਿਹੜਾ ਉਹ ਡਿਫਰੈਂਟ ਫੈਸਲਾ ਕਰੇ, ਉਹ ਜੱਜ ਭਾਵੇਂ ਸੀਨੀਅਰ ਵੀ ਹੋਵੇ, ਫੈਸਲਾ ਦੋਵਾਂ ਦਾ ਹੀ ਮੰਨਿਆ ਜਾਣਾ। ਇਸੇ ਤਰ੍ਹਾਂ ਅਗਰ 5 ਬੈਠੇ ਨੇ ਤੇ ਉਹਨਾਂ 'ਚੋਂ 3 ਨੇ ਜਿਹੜਾ ਫੈਸਲਾ ਜਿਹੜੇ ਪਾਸੇ ਚਲੇ ਗਏ, ਉਹ ਫੈਸਲਾ ਹੋਣਾ ਹੈ। 2 ਜਿਹੜੇ ਉਹਨਾਂ ਦੇ ਨਾਲ ਜਾਣ ਤਦ ਵੀ ਠੀਕ ਹੈ, ਮੁਖਾਲਿਫ ਜਾਣ ਤਦ ਵੀ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਜਿਸ ਵੇਲੇ ਇਮਰਾਨ ਖਾਨ ਸਾਹਿਬ ਦੇ ਉਸ ਕੇਸ ਦੇ ਉੱਤੇ 2 ਜੱਜਾਂ ਨੇ ਕਿਹਾ ਕੇਸ ਨਹੀਂ ਬਣਦਾ, ਔਰ ਉਹਨਾਂ ਨੇ ਐਵੇਂ ਨਹੀਂ ਕਿਹਾ, ਉਸ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਹੀ ਉਸ ਕੇਸ ਨੂੰ ਇੱਕ ਵਾਰ ਪਹਿਲਾਂ ਰਿਜੈਕਟ ਕਰ ਚੁੱਕੀ ਸੀ। ਉਹਨਾਂ ਤੇ ਕਾਨੂੰਨ ਦੀ ਗੱਲ ਕੀਤੀ ਕਿ ਜਦੋਂ ਪਹਿਲਾਂ ਇਹ ਕੇਸ ਨਹੀਂ ਬਣਿਆ ਤੇ ਹੁਣ ਕਿਵੇਂ ਬਣ ਸਕਦਾ, ਤੇ ਆਮਿਰ ਫਾਰੂਕ ਸਾਹਿਬ ਨੇ ਉਸ ਕੇਸ ਨੂੰ ਘੁੱਟ ਲਿਆ। ਉਹ ਫੈਸਲਾ ਅਨਾਉਂਸ ਕਰਨ ਦੀ ਬਜਾਏ ਉਹ ਬੈਂਚ ਹੀ ਤੋੜ ਦਿੱਤਾ ਤੇ ਨਵਾਂ ਬੈਂਚ ਬਣਾਤਾ ਜਿਹੜਾ ਕਾਨੂੰਨ ਦੇ ਮੁਤਾਬਕ ਨਹੀਂ ਸੀ। ਉਹਨਾਂ ਕਿਹਾ ਜੀ ਇੱਥੋਂ ਇਹ ਕੰਮ ਸ਼ੁਰੂ ਹੋਇਆ। ਨਾਲ ਉਹਨਾਂ ਹਵਾਲਾ ਦਿੱਤਾ ਕਿ ਜਿਹੜਾ ਸ਼ੌਕਤ ਸਦੀਕੀ ਸਾਹਿਬ ਦੇ ਕੇਸ ਦੇ ਵਿੱਚ ਉਹਨਾਂ ਨੂੰ ਕੱਢਿਆ ਸੀ ਜੁਡੀਸ਼ੀਅਲ ਕੌਂਸਲ ਦੇ ਥਰੂ, ਔਰ ਉਹਨਾਂ ਨੇ ਇਹ ਕਿਹਾ ਜੱਜਾਂ ਨੇ ਕਿ ਹੁਣ ਜਦੋਂ ਤੁਸੀਂ ਸ਼ੌਕਤ ਸਦੀਕੀ ਸਾਹਿਬ ਦਾ ਫੈਸਲਾ ਦਿੱਤਾ ਹੈ ਤੇ ਉਹਦੇ 'ਚ ਸਦੀਕੀ ਸਾਹਿਬ ਨੇ ਤਾਂ ਇਹ ਕਿਹਾ ਸੀ ਕਿ ISI ਵਾਲਿਆਂ ਨੇ ਮੇਰੇ ਖਿਲਾਫ ਇਹ ਸਾਰਾ ਕੰਮ ਕੀਤਾ ਹੈ ਤੇ ਮੈਨੂੰ ਕਢਵਾਇਆ ਹੈ। ਤੁਸੀਂ ਹੁਣ ਇਹ ਗੱਲ ਤੇ ਮੰਨ ਲਈ ਕਿ ਸ਼ੌਕਤ ਸਦੀਕੀ ਸਾਹਿਬ ਨਾਲ ਜ਼ਿਆਦਤੀ ਹੋਈ, ਮਤਲਬ ਸੁਪਰੀਮ ਕੋਰਟ ਨੇ ਗੱਲ ਮੰਨ ਲਈ, ਤੇ ਫਿਰ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਜਨਰਲ ਬਾਜਵਾ ਦੇ ਖਿਲਾਫ ਤੇ ਉਸ ਵੇਲੇ ਦੇ ISI ਦੇ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਸਾਰਾ ਕੰਮ ਕੀਤਾ। ਜੱਜਾਂ ਨੇ ਕਿਹਾ ਕਿ ਇਹ ਤੁਸੀਂ ਹੁਣ ਕਾਰਵਾਈ ਕਰੋ, ਇਹ ਮੁਨਾਸਬ ਮੌਕਾ। ਨਾਲ ਉਹਨਾਂ ਆਪਣੀ ਆਪ ਬੀਤੀ ਦੱਸੀ। ਉਹਨਾਂ ਕਿਹਾ ਅਸੀਂ ਜਿਹੜੇ ਸਾਡੇ ਕੋਲੋਂ ਇਹ ਫੈਸਲੇ ਧੱਕੇ ਨਾਲ ਕਰਾਉਣਾ ਚਾਹੁੰਦੇ ਸਨ, ਜਦੋਂ ਅਸੀਂ ਨਹੀਂ ਕੀਤੇ, ਤੇ ਇੱਕ ਜੱਜ ਦਾ ਜਿਹੜਾ ਬ੍ਰਦਰ ਇਨ ਲਾ ਬੈਨੋਈ ਜਾਂ ਸਾਲਾ ਦੋਨਾਂ 'ਚੋਂ ਕੋਈ ਇੱਕ, ਉਹਨੂੰ ਅਗਵਾ ਕਰ ਲਿਆ, ਉਹਦੇ ਨਾਜ਼ੁਕ ਆਜ਼ਾਦ ਉੱਤੇ ਕਰੰਟ ਮਾਰਦੇ ਰਹੇ। ਉਹਦੇ ਪੁੱਤਰ ਨੂੰ ਵੀ ਅਗਵਾ ਕਰਨ ਲੱਗੇ ਸਨ, ਲੇਕਿਨ ਉਹ ਹੱਥੀ ਨਹੀਂ ਚੜਿਆ, ਤੇ ਉਹਦਾ ਜਿਹੜਾ ਬ੍ਰਦਰ ਇਨ ਲਾ ਸੀ ਉਹ ਹੱਥੀ ਚੜ੍ਹ ਗਿਆ। ਫਿਰ ਇੱਕ ਦੂਜੇ ਜੱਜ ਦੇ ਘਰ ਦੇ ਵਿੱਚ ਜਿਸ ਵੇਲੇ ਸਰਕਾਰੀ ਘਰ 'ਚ ਸ਼ਿਫਟ ਹੋਏ ਜੱਜ ਸਾਹਿਬ, ਤੇ ਉਹਨਾਂ ਦੇ ਘਰ ਦੇ ਵਿੱਚੋਂ ਉਹਨਾਂ ਬਲਬ ਇੱਕ ਦਿਨ ਬਦਲਣ ਲੱਗੇ ਤੇ ਉੱਥੇ ਕੈਮਰਾ ਲੱਗਾ ਸੀ, ਔਰ ਨਾਲ ਉਹਦੇ ਸਿਮ ਕਾਰਡ ਸੀ ਕੈਮਰੇ ਦੇ ਵਿੱਚ ਹੀ, ਜਿਹੜਾ ਬਿਜਲੀ ਤੇ ਕੈਮਰਾ ਉੱਥੋਂ ਹੀ ਲੈ ਰਿਹਾ ਸੀ, ਬਲਬ 'ਚੋਂ ਹੀ ਸਿਮ ਕਾਰਡ ਵਿੱਚ ਸੀ। ਮਤਲਬ ਜੋ ਕੁਝ ਉੱਥੇ ਰਿਕਾਰਡ ਕਰਦਾ ਸੀ ਬਰਾਏ ਰਾਸਤ ਬਾਹਰ ਭੇਜਦਾ ਸੀ। ਫਿਰ ਇੱਕ ਇਹੋ ਜਿਹਾ ਹੀ ਕੈਮਰਾ ਜੱਜ ਸਾਹਿਬ ਦੇ ਬੈਡਰੂਮ 'ਚੋਂ ਨਿਕਲਿਆ। ਉਹ ਜਿਸ ਵੇਲੇ ਉਹਦੇ ਨਾਲ USB ਲੱਗੀ ਸੀ, ਉਹਨੂੰ ਚਲਾ ਕੇ ਵੇਖਿਆ ਤੇ ਜੱਜ ਸਾਹਿਬ ਔਰ ਉਹਨਾਂ ਦੀ ਬੇਗਮ ਜਾਂ ਫੈਮਿਲੀ ਦੀ ਜਿਹੜੀ ਪ੍ਰਾਈਵੇਟ ਕਿਸਮ ਦੀਆਂ ਵੀਡੀਓ ਸਨ ਉਹ ਵੀ ਉਹਦੇ 'ਚ ਮੌਜੂਦ ਸਨ, ਜਿਹੜੀਆਂ ਅੱਗੇ ਅੱਪੜ ਗਈਆਂ ਸਨ। ਉਹ ਉਹਨਾਂ ਨੇ ਫਿਰ ਆਪਣੇ ਚੀਫ ਜਸਟਿਸ ਆਮਿਰ ਫਾਰੂਕ ਸਾਹਿਬ ਨੂੰ ਦੱਸਿਆ, ਲੇਕਿਨ ਉਹ ਤੇ ਉਹਨੂੰ ਘੁੱਟ ਕੇ ਬਹਿ ਗਏ, ਉਹਨਾਂ ਨੇ ਉਹਦੇ 'ਤੇ ਕੋਈ ਗੱਲ ਨਹੀਂ ਕੀਤੀ। ਫਿਰ ਉਹਨਾਂ ਜਾ ਕੇ ਕਾਜ਼ੀ ਫਾਇਜ਼ ਈਸਾ ਸਾਹਿਬ ਨੂੰ ਮਿਲੇ। ਉਹ ਮਈ 2023 ਦੇ ਵਿੱਚ ਜਾ ਕੇ ਉਹ ਕਾਜ਼ੀ ਫਾਇਜ਼ ਈਸਾ ਸਾਹਿਬ ਨੂੰ ਮਿਲੇ ਕਿ ਜੀ ਸਾਡੇ ਨਾਲ ਇਹ ਕੰਮ ਹੋ ਰਿਹਾ ਹੈ।
ਕਾਜ਼ੀ ਸਾਹਿਬ ਨੇ ਵੀ ਆਰਾਮ ਨਾਲ ਝਪੀਟ ਵੱਟੀ ਰੱਖੀ, ਉਹਨਾਂ ਨਾ ਹੀ ਨਹੀਂ ਲਿਆ ਕਿ ਇਹਦੇ 'ਚ ਕੁਝ ਕਰਨਾ ਹੈ। ਹੁਣ ਇਹਨਾਂ ਜੱਜਾਂ ਨੇ ਫਿਰ ਤੰਗ ਆ ਕੇ ਉਹਨੇ ਖਤ ਲਿਖਿਆ ਤੇ ਉਹ ਖਤ ਬਾਹਰ ਨਿਕਲ ਆਇਆ। ਪਾਕਿਸਤਾਨ ਦੀ 76 ਸਾਲ ਦੀ ਤਾਰੀਖ 'ਚ ਇਹੋ ਜਿਹਾ ਤਗੜਾ ਤਾਕਤਵਰ ਖਤ ਨਹੀਂ ਹੋ ਸਕਦਾ। ਉਹਨਾਂ ਇਹ ਵੀ ਦੱਸਿਆ ਕਿ ਇੱਕ ਜੱਜ ਦੇ ਉੱਤੇ ਫੈਸਲਾ ਤਬਦੀਲ ਕਰਾਉਣ ਤੇ ਇੰਨਾ ਪ੍ਰੈਸ਼ਰ ਪਹਿਲਾਂ ਉਹਦੇ ਬੈਨੋਈ ਨੂੰ ਚੁੱਕ ਲਿਆ, ਉਸ ਤੋਂ ਬਾਅਦ ਇੰਨਾ ਪ੍ਰੈਸ਼ਰ ਪਾਇਆ ਗਿਆ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਵੱਧ ਗਿਆ, ਉਹਨਾਂ ਨੂੰ ਦੌਰਾ ਪਿਆ ਤੇ ਹਸਪਤਾਲ ਦਾਖਲ ਕਰਾਉਣਾ ਪਿਆ। ਅੱਛਾ, ਇਹ ਤੁਸੀਂ ਸੋਚਦੇ ਹੋਗੇ ਪਹਿਲੀ ਵਾਰੀ ਇਹ ਕੰਮ ਹੋਇਆ ਹੋਵੇਗਾ? ਨਹੀਂ। ਜਦੋਂ ਭੁੱਟੋ ਸਾਹਿਬ ਨੂੰ ਫਾਂਸੀ ਦਵਾਉਣੀ ਸੀ ਨਾ, ਤੇ ਸੁਪਰੀਮ ਕੋਰਟ ਦੇ ਵਿੱਚ 9 ਜੱਜਾਂ ਦਾ ਬੈਂਚ ਬਣਿਆ ਸੀ। ਉਹ 9 ਦੇ ਵਿੱਚੋਂ 5 ਜੱਜ ਜਿਹੜੇ ਸਨ ਨਾ, ਉਹ ਭੁੱਟੋ ਸਾਹਿਬ ਨੂੰ ਛੱਡਣਾ ਚਾਹੁੰਦੇ ਸਨ। ਉਹ ਸਮਝਦੇ ਸਨ ਵੀ ਇਹ ਨਜਾਇਜ਼ ਕੇਸ ਹੈ, ਤੇ 4 ਉਹਨਾਂ ਨੂੰ ਬੰਨ੍ਹਣਾ ਚਾਹੁੰਦੇ ਸਨ, ਫਾਂਸੀ ਦੇਣਾ ਚਾਹੁੰਦੇ ਸਨ। ਇਹ ਜਿਸ ਵੇਲੇ ਉਸ ਵੇਲੇ ਦੀ ਇੰਟੈਲੀਜੈਂਸ ਏਜੰਸੀਆਂ ਨੂੰ ਤੇ ਉਸ ਵੇਲੇ ਦੇ ਨਿਜ਼ਾਮਦੀਨ ਸਾਹਿਬ ਨੂੰ ਪਤਾ ਲੱਗਾ ਵੀ ਇਹ ਕੰਮ ਹੈ, ਉਹਨਾਂ ਉਹਦੇ 'ਚੋਂ 2 ਜੱਜਾਂ ਨੂੰ ਜਿਹੜਾ ਨਾ ਪ੍ਰੈਸ਼ਰਾਈਜ਼ ਕੀਤਾ ਔਰ ਫਾਰਿਗ ਕਰ ਦਿੱਤਾ। ਇੱਕ ਜੱਜ ਸਾਹਿਬ ਤਾਂ ਸ਼ਾਇਦ ਰਿਟਾਇਰ ਹੋ ਰਹੇ ਸਨ, ਇੰਤਜ਼ਾਰ ਕੀਤਾ, ਉਹਨਾਂ ਨੂੰ ਉਸ ਪਾਸੇ ਲਾ ਦਿੱਤਾ ਗਿਆ। ਦੂਜੇ ਜੱਜ ਸਾਹਿਬ ਜਿਹੜੇ ਸਨ ਨਾ, ਵਹੀਦੁੱਦੀਨ ਉਹਨਾਂ ਦਾ ਨਾਂ ਸੀ, ਉਹਨਾਂ 'ਤੇ ਇੰਨਾ ਪ੍ਰੈਸ਼ਰ ਪਾਇਆ ਕਿ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ, ਹਸਪਤਾਲ ਦਾਖਲ ਰਹਿਣਾ ਪਿਆ। ਜਿਸ ਵੇਲੇ ਉਹ ਠੀਕ ਹੋ ਕੇ ਵਾਪਸ ਆਏ ਤੇ ਉਹਨਾਂ ਕਿਹਾ ਜੀ ਮੈਂ ਹੁਣ ਬੈਂਚ ਦੇ ਵਿੱਚ ਬਹਿਣਾ ਚਾਹੁੰਦਾ, ਤੇ ਉਹਨਾਂ ਨੇ ਉਹਨਾਂ ਨੂੰ ਅਨਵਾਰੁਲ ਹੱਕ ਸਾਹਿਬ ਸਨ ਉਸ ਵੇਲੇ ਚੀਫ ਜਸਟਿਸ, ਉਹਨਾਂ ਨੇ ਉਹਨਾਂ ਨੂੰ ਬੈਂਚ ਦੇ ਉੱਤੇ ਨਾ ਬਾਇਆ, ਕਿਉਂਕਿ ਇਹ 2 ਜੱਜ ਜਦੋਂ ਉਹਨਾਂ ਫਾਰਿਗ ਕਰਤੇ 9 ਚੋਂ, ਤੇ ਪਿੱਛੇ ਕਿੰਨੇ ਜੱਜ ਰਹਿ ਗਏ? 7। ਪਹਿਲਾ ਮੁਕਾਬਲਾ ਹੈ ਸੀ 5-4 ਦਾ, ਜਿਸ ਵੇਲੇ ਉਹ 2 ਨਿਕਲ ਗਏ ਤੇ 7 ਦੇ ਵਿੱਚ ਮੁਕਾਬਲਾ ਆ ਗਿਆ 4-3 ਦਾ। 4 ਫਾਹੇ ਦੇਣ ਵਾਲੇ ਤੇ 3 ਬਚਾਉਣ ਵਾਲੇ। ਇਸ ਤਰੀਕੇ ਨਾਲ ਭੁੱਟੋ ਸਾਹਿਬ ਨੂੰ ਫਾਂਸੀ ਲਾ ਦਿੱਤੀ। ਜਿਹੜੇ 3 ਫਾਹੇ ਦੇਣ ਵਾਲੇ 4 ਸਨ, ਉਹ ਇੱਕ ਕਰਮ ਚੌਹਾਨ ਸਾਹਿਬ ਸਨ, ਔਰ ਉਹਨਾਂ ਦੇ ਨਾਲ ਅਕਰਮ ਸਾਹਿਬ ਸਨ, ਤੇ ਉਹਨਾਂ ਦੇ ਨਾਲ ਨਸੀਮ ਹਸਨ ਸ਼ਾਹ ਸਾਹਿਬ ਸਨ, ਤੇ ਚੌਥੇ ਅਨਵਾਰੁਲ ਹੱਕ ਜਿਹੜੇ ਚੀਫ ਜਸਟਿਸ ਸਨ ਉਸ ਵੇਲੇ ਦੇ, ਉਹ ਸਨ। ਇਹਨਾਂ 4 ਨੇ ਫਾਂਸੀ ਦਿੱਤੀ। ਤੇ ਥੱਲੇ ਹਾਈ ਕੋਰਟ ਲਾਹੌਰ ਦੇ ਵਿੱਚ ਜਿਹੜਾ ਮੌਲਵੀ ਮੁਸ਼ਤਾਕ ਤੇ ਉਹਨਾਂ ਦੇ ਨਾਲ ਇੱਕ ਕੁਰੈਸ਼ੀ ਸਾਹਿਬ ਸਨ ਜੱਜ, ਤੇ ਇੱਕ ਜ਼ਕੀ ਸਾਹਿਬ ਸਨ, ਤੇ ਇੱਕ ਹੋਰ ਮੈਨੂੰ ਉਹਨਾਂ ਦਾ ਨਾਮ ਭੁੱਲ ਜਾਂਦਾ, ਗੁਲਬਾਜ਼, ਹਾਂਜੀ ਗੁਲਬਾਜ਼ ਖਾਨ ਸਾਹਿਬ ਸਨ। ਇਹ ਗੁਲਬਾਜ਼, ਕੁਰੈਸ਼ੀ, ਜ਼ਕੀ ਤੇ ਮੌਲਵੀ ਮੁਸ਼ਤਾਕ, ਇਹਨਾਂ ਥੱਲਿਓਂ ਫਾਹੇ ਲਾਇਆ ਭੁੱਟੋ ਸਾਹਿਬ ਨੂੰ, ਤੇ ਉਹ ਜਿਹੜੇ ਉੱਤੇ 4 ਸਨ ਉਹਨਾਂ ਨੇ ਉੱਤੇ ਲਾਇਆ। ਇਹ ਇਸੇ ਤਰੀਕੇ ਨਾਲ ਜੱਜਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਪਹਿਲਾਂ ਵੀ ਕੰਮ ਕਰਦੇ ਰਹੇ ਨੇ। ਲੇਕਿਨ ਹੁਣ ਇਹ ਜਿਹੜਾ ਖਤ ਆਇਆ ਉਹਦੇ ਵਿੱਚ ਉਹਨਾਂ ਅਖੀਰ ਕਰ ਦਿੱਤੀ। ਉਹਨਾਂ ਦੱਸਿਆ ਜੀ ਬੈਨੋਈ ਵੀ ਅਗਵਾ ਕੀਤਾ, ਘਰ ਦੇ ਵਿੱਚੋਂ ਨੰਗੀਆਂ ਫਿਲਮਾਂ ਵੀ ਬਣੀਆਂ ਨੇ, ਇੱਕ ਜੱਜ ਦੇ ਘਰ ਦੇ ਵਿੱਚ ਬੰਬ ਸੁੱਟੇ ਗਏ ਨੇ, ਇੱਕ ਜੱਜ ਜਿਹੜਾ ਉਹਨੂੰ ਪ੍ਰੈਸ਼ਰ ਦਿੱਤਾ ਗਿਆ, ਉਹਦੇ ਰਿਸ਼ਤੇਦਾਰਾਂ ਨੂੰ ਜਾ ਕੇ ISI ਵਾਲਿਆਂ ਨੇ ਉੱਥੇ ਆਪਣਾ ਕੋਇਟਾ ਦੇ ਵਿੱਚ, ਔਰ ਆਖਿਆ ਕਿ ਅਗਰ ਤੁਸੀਂ ਸਾਡੀ ਗੱਲ ਨਹੀਂ ਮੰਨੋਗੇ ਤਾਂ ਫਿਰ ਤੁਹਾਡੇ ਟੈਕਸ ਦੇ ਮਾਮਲੇ ਖੋਲ੍ਹ ਦਿਆਂਗੇ, ਦੂਜੇ ਮਾਮਲਾਤ ਕਰਾਂਗੇ। ਮਤਲਬ ਜੱਜਾਂ ਨੇ ਕੋਈ ਗੱਲ ਛੱਡੀ ਨਹੀਂ, ਹਰ ਸ਼ੈ ਸਿੱਧੀ ਕਰਤੀ। ਇਹ ਤਾਂ ਹੋ ਗਈ ਖਬਰ। ਜਿਸ ਵੇਲੇ ਇਹ ਖਬਰ ਆਈ ਮੀਡੀਆ ਦੇ ਉੱਤੇ ਔਰ ਪਤਾ ਲੱਗਾ ਵੀ ਜੱਜਾਂ ਨੇ ਖਤ ਲਿਖ ਦਿੱਤਾ, ਹੁਣ ਇਸ ਤੋਂ ਬਾਅਦ ਤੇ ਹਰ ਸ਼ੈ ਨੰਗੀ ਹੋ ਗਈ। ਇਸ ਤੋਂ ਬਾਅਦ ਕੀ ਇਹਦਾ ਜਵਾਬ ਦੇਣਾ ਕਿਸੇ ਨੇ? ਮਤਲਬ ਕੋਈ ਬੰਦਾ ਅਣਖੜਾ ਹੋਵੇ ਤੇ ਇਸ ਤੋਂ ਬਾਅਦ ਜਵਾਬ ਦੇਣਾ ਰਹਿ ਤਾਂ ਨਹੀਂ ਗਿਆ, ਕੰਮ ਤੇ ਮੁੱਕ ਗਿਆ ਸਾਰੇ ਦਾ ਸਾਰਾ। ਉਹਨਾਂ ਨਾਂ ਲੈ ਕੇ ਦੱਸ ਦਿੱਤੇ ਕਿ ਜਨਾਬ ਸੈਕਟਰ ਕਮਾਂਡਰ ਇਸਲਾਮਾਬਾਦ ਬ੍ਰਿਗੇਡੀਅਰ ਫਹੀਮ ਸਾਹਿਬ, ਉਹਨਾਂ ਨੇ ਸਾਡੇ ਨਾਲ ਇਹ ਕੀਤਾ, ਤੇ DG ਇੰਟਰਨਲ ਨੇ ISI ਨੇ ਇਹ ਕੀਤਾ, ਤੇ ਸੈਕਟਰ ਕਮਾਂਡਰ ਕੋਇਟਾ ਨੇ ਇਹ ਕੀਤਾ। ਜੱਜਾਂ ਨੇ ਹਰ ਸ਼ੈ ਖੋਲ੍ਹ ਕੇ ਦੱਸ ਦਿੱਤੀ। ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਲਿਫਾਫੇ ਸਨ ਉਹਨਾਂ ਦੀ ਜ਼ਿੰਮੇਵਾਰੀ ਲਾਈ। ਉਸ ਤੋਂ ਪਹਿਲਾਂ, ਲਿਫਾਫਿਆਂ ਤੋਂ ਪਹਿਲਾਂ TV ਸੈਂਟਰ ਨੂੰ ਫੋਨ ਆਉਣੇ ਸ਼ੁਰੂ ਹੋਏ। ਇੱਕ ਸ਼ਖਸੀਅਤ ਹੈ, ਸਟੈਬਲਿਸ਼ਮੈਂਟ ਤੋਂ ਹੀ ਸ਼ਖਸੀਅਤ ਹੈ, ਚੌਧਰੀ ਨਿਜ਼ਾਮਦੀਨ ਦੀ, ਉਹ ਫੋਨ ਕਰਕੇ ਖਬਰਾਂ ਡਕਵਾਉਂਦੀ ਹੁੰਦੀ। ਉਹਨਾਂ ਆਪ ਹੀ ਫੋਨ ਕੀਤੇ, ਉਹਨਾਂ ਕਿਹਾ ਯਾਰ ਇਹ ਖਬਰ ਡੱਕੋ ਤੇ ਚੰਦ ਅਸੀਂ ਤੁਹਾਨੂੰ ਸਾਫ਼ ਹੀ ਦੱਸਨੇ। ਉਹਨਾਂ 'ਚੋਂ ਕੋਈ ਇੱਕ ਦੋ ARY ਤੇ ਵੀ ਬਾਏ ਨੇ, ਕੋਈ 1-2 GT ਆਪਣਾ GTV ਤੇ ਬਾਏ ਨੇ, ਕੋਈ 1-2 ਸਮਾਂ ਤੇ ਬਾਏ ਨੇ, ਕੋਈ 1-2 ਜੀਓ ਤੇ ਬਾਏ ਨੇ, ਮਤਲਬ ਇੰਝ ਚੈਨਲਾਂ 'ਚ ਉਹਨਾਂ ਲੋਕਾਂ ਨੂੰ ਬਾਇਆ ਹੋਇਆ। ਉਹਨਾਂ ਕਿਹਾ ਜੀ ਜਿਹੜੇ ਨਿਜ਼ਾਮਦੀਨ ਸਾਹਿਬ ਵੱਲੋਂ ਜਿਹਨਾਂ ਦਾ ਫੋਨ ਆਇਆ ਸੀ ਨਾ ਚੈਨਲਾਂ ਨੂੰ, ਜਿਹਨਾਂ ਆਖਿਆ ਵੀ ਇਹ ਖਬਰ ਲਾ ਦਿਓ, ਉਹਨਾਂ ਕਿਹਾ ਜੇ ਕਰਨੀ ਵੀ ਹੈ ਤਾਂ ਫਿਰ ਇਹਨਾਂ ਬੰਦਿਆਂ ਦੇ ਬੀਪਰ ਲਵੋ। ਉਹਨਾਂ ਦੇ ਨਾਂ ਦਿੱਤੇ ਗਏ, ਫਿਰ ਉਹਨਾਂ ਦੇ ਕੋਲ ਮਾੜੇ ਚੰਗੇ ਬੀਪਰ ਕਰਵਾਏ ਗਏ। ਪਰ ਇਹ ਧੁੱਪਣਾ ਨਹੀਂ ਸੀ, ਕਿਉਂਕਿ ਭਾਰ ਐਡਾ ਸੀ ਵੀ ਇਹ ਜਿਹੜੇ ਲਿਫਾਫੇ ਸਨ ਉਹ ਖੋਤੇ ਵੀ ਬਣ ਜਾਣ ਤੇ ਭਾਰ ਨਹੀਂ ਚੁੱਕ ਸਕਦੇ। ਬਹਰਹਾਲ ਕੁਝ ਨੇ ਚੁੱਕਣ ਦੀ ਕੋਸ਼ਿਸ਼ ਕੀਤੀ। ਮਸਲਨ ਗਰੀਦਾ ਫਰੂਕੀ ਸਾਹਿਬਾ ਨੇ ਕਿਹਾ ਕਿ ਇਹ 6 ਜੱਜਾਂ ਨੂੰ ਕਿਹਾ ਜਾਏ ਕਿ ਇਹਨਾਂ ਇਲਜ਼ਾਮ ਲਾਏ ਨੇ, ਜੇ ਸਾਬਤ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਹੀ ਜੇਲ੍ਹ 'ਚ ਪਾ ਦਿਓ। ਬੱਲੇ ਵੀ ਬੱਲੇ ਸ਼ੇਰ ਬਗੀਏ, ਬੱਲੇ ਵੀ ਮਾਂ ਦੀ ਧੀਏ, ਤੇਰੇ ਨਾਲ ਦੀ ਵੀ ਧੀ ਕੋਈ ਨਹੀਂ ਜੰਮਣੀ ਪੰਜਾਬ ਨੇ। ਇਹ ਮੁਲਤਾਨ ਵਾਲਿਆਂ ਦੇ ਆਸਤੇ ਬੜਾ ਫਖਰ ਦੀ ਗੱਲ ਹੈ ਕਿ ਉੱਥੋਂ ਗਰੀਦਾ ਫਰੂਕੀ ਸਾਹਿਬ ਜਿਹੜੀ ਹੈ ਨਾ ਆਲਾ ਤਲੀਮ ਲੈ ਕੇ ਮੁਲਤਾਨ ਦੇ ਕਿਸੇ ਸਲੂਕ ਕਹਿ ਦੇਣ ਲੱਗਾ ਸਾਂ, ਕਿਸੇ ਸਕੂਲ ਦੇ ਵਿੱਚੋਂ ਤਸ਼ਰੀਫ ਲਿਆਏ ਨੇ। ਉਹਨਾਂ ਦੀ ਹੁਣ ਗੱਲ ਸੁਣੋ। ਉਹਨਾਂ ਆਖਿਆ ਹੈ ਕਿ ਜੇ ਜੱਜ ਇਹਨੂੰ ਸਾਬਤ ਨਹੀਂ ਕਰ ਸਕਦੇ ਨਾ ਤਾਂ ਉਹਨਾਂ ਨੂੰ ਜੇਲੇ ਪਾ ਦਿਓ। ਮਸਲਨ ਆਉਣ ਵਾਲੇ ਵਕਤ ਦੇ ਵਿੱਚ ਅਗਰ ਕਿਸੇ ਧੀ ਭੈਣ ਦੇ ਨਾਲ ਕੋਈ ਜ਼ਿਆਦਤੀ ਕਰਦੇ, ਇੱਜ਼ਤ ਲੁੱਟ ਲਏ ਉਹਦੀ, ਤੇ ਗਰੀਦਾ ਫਰੂਕੀ ਸਾਹਿਬ ਦਾ ਇਲਜ਼ਾਮ ਇਹ ਹੋਏਗਾ ਕਿ ਬੀਬੀ ਜਾਂ ਕਿਸੇ ਧੀ ਭੈਣ ਦੀ ਕੋਈ ਨੰਗੀ ਵੀਡੀਓ ਬਣਾ ਲੈ, ਤੇ ਇਸ ਹਿਸਾਬ ਨਾਲ ਗਰੀਦਾ ਫਰੂਕੀ ਇਹ ਕਹੇਗੀ ਕਿ ਪਹਿਲਾਂ ਉਹ ਧੀ ਭੈਣ ਸਾਬਤ ਕਰੇ ਕਿ ਉਹਦੇ ਨਾਲ ਇਹ ਹੋਇਆ, ਤੇ ਜੇ ਸਾਬਤ ਕਰੇਗੀ ਨਾ ਕਰ ਸਕੇ ਤਾਂ ਫਿਰ ਉਹਨੂੰ ਜੇਲੇ ਪਾ ਦਿਓ। ਗੱਲਾਂ ਸੁਣੋ, ਤਾੜੀਆਂ ਤਾਂ ਬਣਦੀਆਂ ਨੇ ਇਸ ਲਿਫਾਫੀ ਵਾਸਤੇ, ਮਤਲਬ ਅਖੀਰ ਹੀ ਕਰ ਛੜੀਏ।
ਉਸ ਤੋਂ ਬਾਅਦ ਇਹਨੇ ਗਰੀਦਾ ਫਰੂਕੀ ਨੇ ਅਗਲੀ ਸਟੇਟਮੈਂਟ ਦਿੱਤੀ ਕਿ ਜੱਜ ਸਾਹਿਬਾਨ ਨੇ ਆਪਣਾ ਰੁਝਾਨ ਦੱਸ ਦਿੱਤਾ ਹੈ। ਇਹ ਖਤ ਲਿਖ ਕੇ ਇਹਨਾਂ ਸਾਬਤ ਕਰਤਾ ਕਿ ਇਹ ਕਿਹਦਾ ਪੱਖ ਮਾਰਦੇ ਨੇ, ਇਹਨਾਂ ਦੇ ਦਿਲ 'ਚ ਕਿਹਦਾ ਦਰਦ ਹੈ, ਅਤੇ ਹੁਣ ਇਹਨਾਂ ਨੂੰ ਤਮਾਮ ਕੇਸਾਂ ਤੋਂ ਅਲੱਗਾ ਕਰ ਦੇਣਾ ਚਾਹੀਦਾ। ਇਹਨਾਂ ਨੂੰ ਕਾਲੇ ਪਾਣੀ ਘੱਲ ਦਿਓ ਇਹਨਾਂ ਜੱਜਾਂ ਨੂੰ। ਇਹਨਾਂ ਤੁਹਾਡੇ ਜਿਹੜੇ ਆਕਾ ਨੇ, ਜਿਨ੍ਹਾਂ ਦੀ ਤਨਖਾਹ ਦੇ ਉੱਤੇ ਤੁਸੀਂ ਇਸ ਵੇਲੇ ਜਿਨ੍ਹਾਂ ਦੇ ਲਿਫਾਫਿਆਂ ਦੇ ਉੱਤੇ ਤੁਸੀਂ ਜ਼ਿੰਦਾ ਹੋ, ਉਹਨਾਂ ਦੇ ਚਿਹਰਿਆਂ ਤੋਂ ਨਕਾਬ ਲਾ ਦਿੱਤੇ ਇਹਨਾਂ ਜੱਜਾਂ ਨੇ। ਇਹਨਾਂ ਨੇ ਐਡਾ ਤਗੜਾ ਕੰਮ ਕਰ ਦਿੱਤਾ ਜਿਹੜਾ ਪਾਕਿਸਤਾਨ ਦੀ ਤਾਰੀਖ 'ਚ ਕਿਸੇ ਨੇ ਕੀਤਾ, ਇਸ ਲਈ ਇਹਨਾਂ ਨੂੰ ਕਾਲੇ ਪਾਣੀ ਘੱਲ ਦਿਓ। ਅੱਗੇ ਜਨਾਬ ਅਵੈਸ ਵਹੀਦ ਸਾਹਿਬ ਲਿਖਦੇ ਨੇ ਕਿ ਹੋ ਸਕਦਾ ਇਹ ਜਿਹੜੇ ਬਹਾਦਰ ਜੱਜ ਨੇ, ਸਪੂਤ ਨੇ, ਇਹਨਾਂ ਨੂੰ ਕੋਈ ਸਰਕਾਰੀ ਤਮਗਾ ਨਾ ਲੱਭੇ, ਕਿਉਂਕਿ ਤਮਗੇ ਤੇ ਅੱਜ ਕੱਲ੍ਹ ਗਰੀਦਾ ਫਰੂਕੀਆਂ ਵਾਸਤੇ ਰੱਖੇ ਨੇ। ਗੱਲ ਠੀਕ ਹੈ, ਤਮਗੇ ਜਿਹੋ ਜਿਹੇ ਲੱਭ ਰਹੇ ਨੇ ਨਾ, ਉਹਦੇ ਗਰੀਦਾ ਫਰੂਕੀ ਸਾਹਿਬਾਂ ਹੀ ਫਿੱਟ ਆਉਂਦੀਆਂ ਨੇ। ਉਹਨਾਂ ਕਿਹਾ ਲੇਕਿਨ ਕੌਮ ਇਹਨਾਂ ਦੇ ਨਾਂ ਯਾਦ ਰੱਖੇਗੀ ਅਤੇ ਇਹਨਾਂ ਦਾ ਅਹਿਸਾਨ ਵੀ ਯਾਦ ਰੱਖੇਗੀ। ਇਹ ਜਿਹੜੀ ਸਾਡੀ ਇੱਕ ਬੇਟੀ ਹੈ ਜਸਟਿਸ ਸਮਨ ਰਿਫਤ, ਔਰ ਇਹ ਜਿਹੜੇ 5 ਪਾਕਿਸਤਾਨ ਦੇ ਪੁੱਤਰ ਨੇ, ਜੱਜ ਨੇ, ਜਿਨ੍ਹਾਂ ਨੇ ਇਹ ਖਤ ਲਿਖਿਆ ਹੈ, ਟੋਟਲ 6 ਜੱਜ ਨੇ, ਇਹਨਾਂ ਨੇ ਜੋ ਕੁਝ ਕਰ ਛੱਡਿਆ, ਇਹਦੇ ਨਾਲ ਦੀ ਬਹਾਦਰੀ ਪਹਿਲੇ ਵੇਖਣ ਨੂੰ ਨਹੀਂ ਮਿਲੀ। ਉਹਨਾਂ ਕਿਹਾ ਜੀ गरीदा फरूकी अगों आंदी है कि जज बाबर सत्तार और उनकी पूरी फैमिली अमरीकी शहरी है। क्या ये सवाल नहीं होना चाहिए कि एक अमरीकी शहरी कैसे जज बन सकता है? वाह जी वाह वाह वाह, क्या सवाल उन्हें पूछा। इन्हें कदे सवाल नहीं पूछा कि नवाज शरीफ के पुत्र कितने रहिंदे ने, बाकी बंदे कितने रहिंदे ने, बाकी किहदे कोल किहड़ी नैशनलिटी। ये बीबी नूं आप अज वीज़ा किसी थां दा लभना होवे ना, सवेरे 5 बजे जाके उस अंबैसी के सामने खड़ी हो जाए, तो जे नैशनलिटी लभदी होवे तो वह भी जनाबे वाला रुपये दे के भी लवे तो सब कुछ करे। लेकिन जज साहब की अगर खानदान किसी को नैशनलिटी है तो उन्होंने चुक दो। अच्छा जी, अब्दुल कयूम सदीकी साहब उन्होंने कहा जी मैं किस तरह पिछे रह जा। उन्होंने जज साहब का ओथ ही शेयर कर दिता, ਜਿਹੜਾ जज हलफ लेंदे रहे ना, उन्होंने कहा जी वो हलफ के कितने नहीं लिखिया भी जे तुहाडी कोई घर दी औरतां दीयां नंगीयां फिल्मां बनावे या तुहाडे घरां 'च बंब सुट्टे या तुहाडे रिश्तेदारां नूं चुक के तो उन्हां दे नाज़ुक आज़ाद उत्ते करंट लावे तो तुसीं ओहदी कंप्लेन नहीं कर सकदे, क्योंकि तुहाडा जिहड़ा हलफ है ना ਉਹਦੇ ਵਿੱਚ ਕਿਤੇ ਕੰਪਲੇਨ ਦਾ ਲਫ਼ਜ਼ ਨਹੀਂ ਲਿਖਿਆ। ਹੁਣ ਦੱਸੋ ਇੱਥੇ ਬੰਦਾ ਕੀ ਕਵੇ? ਛਿੱਤਰ ਹੀ ਨਹੀਂ ਨਾ ਇਸ ਗੱਲ ਦੇ ਉੱਤੇ। ਮਤਲਬ ਮੈਂ ਫਿਜ਼ੀਕਲ ਛਿੱਤਰਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲਾਂ ਬਾਤਾਂ ਦੇ ਛਿੱਤਰਾਂ ਦੀ ਗੱਲ ਕਰ ਰਿਹਾ। ਅਤੇ ਮਤਲਬ ਇਹ ਤੇ ਹੁਣ ਮੈਨੂੰ ਦੱਸੋ ਵੀ ਇਹ ਕੀ ਕਰੇ ਬੰਦਾ ਇਹਨਾਂ ਬੰਦਿਆਂ ਦਾ, ਕਿੱਧਰ ਲੈ ਜਾਏ ਇਹਨਾਂ ਬੰਦਿਆਂ ਨੂੰ। ਜਦੋਂ ਕਿਸੇ ਬੰਦੇ ਨੇ ਉਹ ਆ ਜਾਂਦਾ ਨਾ ਬਸ਼ਰਮ ਦੇ ਪਿੱਛੇ ਉਹਦੇ ਲੱਕ ਦੇ ਪਿੱਛੇ ਰੁੱਖ ਹੋ ਗਿਆ, ਉਹਨੇ ਕਿਹਾ ਚੱਲ 4 ਯਾਰ ਛਾਵੇਂ ਹੀ ਬਹਿਣਗੇ। ਜਾਂ ਦੂਸਰੀ ਗੱਲ ਉਹ ਕੋਈ ਬਸ਼ਰਮਾਂ ਦੀ ਦਾਲ ਡੁੱਲ ਗਈ ਜਾਂ ਛੜਿਆਂ ਦੀ ਦਾਲ ਡੁੱਲ ਗਈ ਜਾਂ ਮਰਾਸੀਆਂ ਦੀ ਦਾਲ ਡੁੱਲ ਗਈ, ਕਈ ਲਤੀਫੇ ਨੇ। तो किसी ने कहा भी तुहाडी दाल डुल गई, उन्होंने कहा असीं इंज ही बस ला के खाई दी है, डुल्ली दाल ही खाई दी असी दाल साडी आदत, असीं प्लेटां 'च पा के नहीं डोल के खाई दी है। तो ये इन्हां दी हालत है। वो वेखो वो शेयर कर रहा, वो थांदा उहदे 'च कंप्लेन नहीं लिखिया। तो भाई जी तुहाडे उह 'च लिफाफा लाना लिखिया है, तुहाडे उहदे विच बेशर्मी करना लिखिया है किते जिहड़ी तुसीं कर रहे हो। मतलब बजाए उन्हां दे नाल खलोण दी कि ਉਹਨਾਂ ਦੇ ਘਰ ਦੀਆਂ ਫਿਲਮਾਂ ਬਣੀਆਂ ਨੇ, ਉਹਨਾਂ ਦੇ ਨਾਲ ਜਿਹੜੇ ਜ਼ੁਲਮ ਹੋਏ ਨੇ, ਜੱਜਾਂ ਦੇ ਕੋਲ ਧੱਕੇ ਨਾਲ ਫੈਸਲੇ ਕਰਵਾਏ ਜਾ ਰਹੇ ਨੇ। ਪਹਿਲੀ ਵਾਰੀ ਅਗਰ ਜੱਜ ਖਲੋ ਹੀ ਗਏ ਨੇ ਔਰ ਇਹ ਜੱਜ ਮੌਲਵੀ ਮੁਸ਼ਤਾਕ ਨਹੀਂ ਬਣੇ, ਅਨਵਾਰੁਲ ਹਕ ਨਹੀਂ ਬਣੇ, ਕਰਮ ਅਲਾਈ ਚੌਹਾਨ ਨਹੀਂ ਬਣੇ, ਇਹ ਜੱਜ ਅਕਰਮ ਨਹੀਂ ਬਣੇ, ਇਹ ਜੱਜ ਜਿਹੜਾ ਕੁਰੈਸ਼ੀ ਨਹੀਂ ਬਣਿਆ, ਇਹ ਜ਼ਕੀ ਨਹੀਂ ਬਣਿਆ, ਇਹ ਗੁਲਬਾਜ਼ ਨਹੀਂ ਬਣਿਆ ਇਹ ਜੱਜ, ਤੇ ਇਹ ਨਸੀਮ ਹਸਨ ਸ਼ਾਹ ਨਹੀਂ ਬਣੇ ਇਹ ਜੱਜ। ਅਗਰ ਇਹ ਪਹਿਲੀ ਵਾਰੀ ਜੱਜ ਜਿਹੜੇ ਨੇ ਉਹ ਤਗੜੇ ਹੋ ਕੇ ਖੜੇ ਹੋ ਰਹੇ ਨੇ ਤੇ ਬਜਾਏ ਉਹਨਾਂ ਦਾ ਸਾਥ ਦੇਣ ਦੀ, ਇਹ ਵੇਖੋ ਲਿਫਾਫੇ ਜਿਹੜੇ ਨੇ ਇਹਨਾਂ ਦੀਆਂ ਸਟੇਟਮੈਂਟਾਂ ਵੇਖੋ। ਅੱਛਾ, ਨਸਰੁੱਲਾ ਮਲਿਕ ਸਾਹਿਬ ਉਹ ਵੀ ਇੱਕ ਲਿਫਾਫਿਆਂ ਦੇ ਵਿੱਚ ਉਹਨਾਂ ਦਾ ਵੀ ਆਪਣਾ ਇੱਕ ਮਕਾਮ ਹੈ। ਉਹ ਆਂਦੇ ਨੇ ਕਿ इस्लामाबाद हाई कोर्ट के जजेस के ख़त पर तहकीकात होनी चाहिए और साथ ही अदालती फैसलों का भी जायज़ा लेना चाहिए। जजेस तैनाती का रिकॉर्ड भी सामने लाया जाए कि किसने इन्हां नूं भर्ती किहने कीता सी। बल्ले बई बल्ले, शेर बगिया भाई जी। जे कदी नसरुल्ला मलिक साहब तुहाडे बारे पता लग गया भी भर्ती किहने कीता सी, आहा हा हा, अगर कदी तुहाडे बारे इन्फॉर्मेशन सामने आ गई भी तुहानूं किन्ने कित्थे भर्ती कीता है, तो मैं तुहानूं एक गल दस दियां भी जिन्नी लैंटर पाउण वास्ते भर्ती पाउणी पैंदी है ना, उन्नी भर्ती फिर पाउणी पैनी है तुहानूं आवाम नूं मूँह विखाउण वास्ते, क्योंकि उस तो बाद तुसां विखा नहीं सकना जो वो रिकॉर्ड सामने आ गया। तो उन्होंने कहा जी आला अदलिया जजेस के लिए पाकिस्तान जुडिशल सर्विस क्यों नहीं बन सकती। वाह जी वाह 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 वाह, माशाअल्लाह माशाअल्लाह। ये क्यों बनाउणा जनाब, काकूल कर लो इन्हां नूं। ਉੱਥੇ ਜੱਜ ਜਿਹੜੇ ਇਹਨਾਂ ਨੂੰ ਕਾਕੂਲ ਦੇ ਵਿੱਚ ਇਹਨਾਂ ਨੂੰ ਨਾ ਉਹ ਇਹਨਾਂ ਦੇ ਕੰਨ ਫੜਾ ਦਿਓ, ਉੱਥੇ ਇਹਨਾਂ ਦੇ ਕੋਲੋਂ ਡੰਡ ਬੈਠਕਾਂ ਲਵਾਓ, ਇਹਨਾਂ ਦੇ ਕੋਲੋਂ ਜਿਹੜਾ ਜਨਾਬੇ ਵਾਲਾ ਦੌੜ ਲਵਾਇਆ ਕਰੋ ਸਵੇਰੇ ਇਹਨਾਂ ਦੀ। ਇੱਥੇ ਕਿਉਂ ਅਕੈਡਮੀ 'ਚ ਕਿਉਂ ਘੱਲਣਾ ਇਹਨਾਂ ਨੂੰ, ਪੂਰਾ ਕੰਮ ਕਰੋ ਇਹਨਾਂ ਦਾ। ਅੱਛਾ ਜੀ, ਅਗਲੀ ਜਿਹੜੀ ਗੱਲ ਹੈ ਜੀ, ਉਹ ਇੱਕ ਹੋਰ ਲਿਫਾਫਾ ਜੀ ਨੇ ਰਾਵੀ ਹਸਨ ਅਯੂਬ ਸਾਹਿਬ, ਉਹ ਕਹਿੰਦੇ ਨੇ ਅਗਰ ਸਾਫੀ ਬਗੈਰ ਸਬੂਤ ਕੇ ਖਬਰ ਦੇਵੇ ਤੇ FIA ਸੱਦ ਲੈਂਦਾ। ਹੁਣ ਜੱਜਾਂ ਨੇ ਬਗੈਰ ਸਬੂਤ ਦੀ ਗੱਲ ਕੀਤੀ ਤੇ ਇਹਨਾਂ ਨੂੰ ਵੀ FIA ਸੱਦ ਲੈ। ਵਾਹ 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 ਵਾਹ। ਮੈਂ ਤਾਂ ਸਿਰਫ ਇਹ ਆਖਣਾ ਕਿ ਅਗਰ ਕੋਈ ਉਸ ਵੇਲੇ ਟੈਕਨੋਲੋਜੀ ਹੁੰਦੀ ਜਦੋਂ ਜਨਾਬ ਇਸ ਦੁਨੀਆ 'ਤੇ ਨਹੀਂ ਸੀ ਆਏ ਤਾਂ ਫਿਰ ਕੀ ਹੁੰਦਾ। ਮੈਂ ਤਾਂ ਸਿਰਫ ਇਹ ਸੋਚ ਰਿਹਾ ਹਸਨ ਅਯੂਬ ਸਾਹਿਬ, ਅਤੇ ਕਿ ਜੇ ਤੁਸੀਂ ਇਸ ਦੁਨੀਆ 'ਚ ਨਾ ਹੁੰਦੇ ਤਾਂ ਫਿਰ ਦੁਨੀਆ ਦਾ ਕੀ ਹੁੰਦਾ। ਮੈਂ ਸਿਰਫ ਇਹ ਸੋਚ ਰਿਹਾ।
ਅੱਛਾ ਜੀ, ਅੱਗੇ ਕਾਮਰਾਨ ਖਾਨ ਸਾਹਿਬ ਨੇ ਜ਼ਰਾ ਥੋੜੀ ਜੀ ਆਪਣੀ ਬਚ ਬਚਾ ਕੇ ਨਿਕਲੇ ਨੇ, ਸਿਆਣੇ ਬੰਦੇ ਨੇ ਉਹ, ਜ਼ਰਾ ਸੀਨੀਅਰ ਆਦਮੀ ਨੇ, ਸਿਆਣੇ ਨੇ, ਉਹਨਾਂ ਨੇ ਕੋਸ਼ਿਸ਼ ਤਾਂ ਕਰਨੀ ਸੀ ਇਹ ਮਾਮਲੇ ਨੂੰ ਧੋਣ ਦੀ, ਲੇਕਿਨ ਉਹਨਾਂ ਨੂੰ ਪਤਾ ਲੱਗਾ ਵੀ ਯਾਰ ਇਹ ਕੰਮ ਭਾਰਾ ਹੈ, ਇਹਦੇ ਵਿੱਚ ਹੱਥ ਪਾਵਾਂਗੇ ਨਾ ਤੇ ਗੰਦੇ ਹੋਵਾਂਗੇ। ਉਹਨਾਂ ਆਖਿਆ ਜੀ ਇਹ ਬਹੁਤ ਹੀ ਸ਼ਾਨਦਾਰ ਹੈ ਜਿਹੜਾ ਖੱਤ ਹੈ। ਇਸਲਾਮਾਬਾਦ ਹਾਈ ਕੋਰਟ ਦੇ 6 ਜੱਜਾਂ ਨੇ ਸੁਪਰੀਮ ਜੁਡੀਸ਼ੀਅਲ ਕੌਂਸਲ ਨੂੰ ਔਰ ਪਾਕਿਸਤਾਨ ਦੀ ਸੁਪਰੀਮ ਕੋਰਟ ਨੂੰ ਜਿਹੜਾ ਖੱਤ ਲਿਖ ਦਿੱਤਾ ਹੈ, ਇਹ ਗੈਰ ਮਾਮੂਲੀ ਹੈ ਔਰ ਪਾਕਿਸਤਾਨ ਦੀ ਅਦਾਲਤੀ ਤਾਰੀਖ ਦੇ ਵਿੱਚ ਏਡੀ ਹੈਰਾਨਕੁਨ ਚੀਜ਼ ਪਹਿਲਾਂ ਕੋਈ ਨਹੀਂ ਹੋਈ। ਇਹ ਕਾਮਰਾਨ ਖਾਨ ਸਾਹਿਬ ਨੇ ਕਿਹਾ। ਹੁਣ ਉਹਨਾਂ ਕਿਹਾ ਜੀ ਸਾਰੀਆਂ ਨਜ਼ਰਾਂ ਜਿਹੜੀਆਂ ਨਾ ਉਹ ਕਾਜ਼ੀ ਫਾਇਜ਼ ਈਸਾ ਸਾਹਿਬ ਦੇ ਸਾਹਮਣੇ, ਜੋ ਸਭ ਕੁਝ ਸਾਹਮਣੇ ਆਇਆ ਹੈ ਕਿ ਕਾਜ਼ੀ ਸਾਹਿਬ ਨੂੰ ਤੇ ਸਾਲ 1 ਤੋਂ ਇਹ ਸਾਰੀਆਂ ਗੱਲਾਂ ਦਾ ਪਤਾ ਸੀ ਤੇ ਉਹਨਾਂ ਕੋਈ ਐਕਸ਼ਨ ਨਹੀਂ ਲਿਆ, ਤੇ ਹੁਣ ਤੇ ਫਿਰ ਉਹਨਾਂ ਦਾ ਅਸਤੀਫਾ ਦੇਣਾ ਹੀ ਬਣਦਾ ਆਮਿਰ ਫਾਰੂਕ ਸਾਹਿਬ ਦਾ ਔਰ ਕਾਜ਼ੀ ਸਾਹਿਬ ਦਾ। ਦੇਖਦੇ ਹੋ ਦਿੰਦੇ ਨੇ ਕਿ ਨਹੀਂ। ਅੱਛਾ, ਉਹ ਜਿਹੜੇ ਤਲਤ ਹੁਸੈਨ ਸਾਹਿਬ ਨੇ, ਇੱਕ ਹੋਰ ਫਨਕਾਰ ਨਵਾਂ ਲਿਫਾਫਾ ਨੇ, ਉਹਨਾਂ ਨੇ ਹੋਰ ਇੱਕ ਉਹਨਾਂ ਬਰੀਕ ਕਾਰਵਾਈ ਪਾਤੀ। ਉਹਨਾਂ ਕਿਹਾ ਜੀ ਦਿਸ ਇਜ਼ ਮੈਸਿਵ, ਇਹ ਬਹੁਤ ਵੱਡਾ ਹੈ, ਪੰਜਾਬੀ 'ਚ ਕਹਿ ਸਕਦੇ ਹੋ ਕਿ ਬਹੁਤ ਵੱਡਾ ਮਸਲਾ ਹੈ, ਬਹੁਤ ਵੱਡੀ ਗੱਲ ਹੈ, ਦਿਸ ਇਜ਼ ਮੈਸਿਵ। ਬਾਈ ਇੰਨਾ ਲਿਖ ਕੇ ਉਹਨਾਂ ਲਿਖਿਆ ਭੈੜਾ ਹੈ, ਚੰਗਾ ਹੈ, ਜੱਜਾਂ ਨੇ ਚੰਗਾ ਕੀਤਾ, ਉਹਨਾਂ ਨਾਲ ਮਾੜਾ ਹੋਇਆ, ਉਹਨਾਂ ਦੀਆਂ ਫਿਲਮਾਂ ਬਣੀ, ਕੁਝ ਨਹੀਂ, ਦਿਸ ਇਜ਼ ਮੈਸਿਵ ਲਿਖ ਕੇ ਉਹ ਵੀ ਨਿਕਲ ਗਏ ਚੁੱਪ ਕਰਕੇ। ਗੁਲ ਬੁਖਾਰੀ ਸਾਹਿਬਾ ਨੇ ਟਵੀਟ ਕੀਤਾ ਕਿ जब तुम सो रहे होते हो तो हम तुम्हारे बेडरूम्स की वीडियो बना रहे होते हैं। ਅੱਛਾ ਜੀ, ਉਹ ਜਿਹੜੇ ਲੌਂਡਾ ਲਪਾੜਾ ਜੀ ਨੇ, ਮਨਸੂਰ ਅਲੀ ਖਾਨ, ਨਾਰਮਲੀ ਉੱਠ ਕੇ ਪੈਂਦੇ ਨੇ, ਉਹਨਾਂ ਵੀ ਕੋਈ ਖਾਸ ਗੱਲ ਨਹੀਂ ਕੀਤੀ। ਬਸ ਉਹਨਾਂ ਇਹ ਕਿਹਾ 6 ਜੱਜों ने एजेंसियों के ऊपर बहुत सीरियस इल्ज़ामात लगाए हैं, इनकी तहकीकात होनी चाहिए। ਇੰਨੀ ਗੱਲ ਕਹਿ ਕੇ ਉਹ ਵੀ ਉਹਨਾਂ ਵੀ ਕਲਟੀ ਮਾਰੀ, ਉਹ ਤਨਖਾਹ ਪੂਰੀ ਕਰਨੀ ਸੀ ਜ਼ਾहिर है। अच्छा जी, अग्गों हुसैन हकानी साहब ने कहा कि हाई कोर्ट के जजेस अदालती इख्तियार का इस्तेमाल करके ऐसा फैसला दे देते जिससे अदालती मामलात में एजेंसियों की मदाखलत रुक जाती। वाह 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 वाह, ਹਕਾਨੀ ਸਾਹਿਬ ਮਾਸ਼ਾਅੱਲਾ ਮਾਸ਼ਾਅੱਲਾ, ਕਿਆ ਤੁਸੀਂ ਜ਼ਬਰਦਸਤ ਗੱਲ ਕਹੀ। ਮਤਲਬ ਜਿਨ੍ਹਾਂ ਦੇ ਘਰ ਉਹਨਾਂ ਦੀਆਂ ਖਵਾਤੀਨ ਦੀਆਂ ਫਿਲਮਾਂ ਬਣ ਰਹੀਆਂ, ਉਹਨਾਂ ਦੇ ਘਰਾਂ 'ਚ ਬੰਬ ਸੁੱਟੇ ਜਾ ਰਹੇ ਨੇ, ਉਹਨਾਂ ਦੇ ਘਰਾਂ ਦੇ ਜਿਹੜੇ ਜੀ ਨੇ, ਰਿਸ਼ਤੇਦਾਰ ਨੇ, ਉਹਨਾਂ ਨੂੰ ਚੁੱਕ ਕੇ ਤੇ ਕਰੰਟ ਲਾਇਆ ਜਾ ਰਿਹਾ, ਉਹਨਾਂ ਦੇ ਫੈਸਲੇ ਨੂੰ ਰੁਕ ਜਾਣਾ ਸੀ ਸਾਰਾ ਕੁਝ। ਬੱਲੇ ਬਈ ਬੱਲੇ, ਸ਼ੇਰ ਬਗਿਓ। ਅੱਛਾ ਜੀ, ਇੱਥੇ ਲੇਕਿਨ ਨਾਲ ਅਸੀਂ ਜਿਹੜਾ ਨਾ ਇੱਕ ਖਰਾਜੇ ਤਹਿਸੀਨ ਵੀ ਪੇਸ਼ ਕਰਨਾ ਚਾਹਾਂਗੇ। ਉਹ ਆਮਿਰ ਮਤੀਨ ਸਾਹਿਬ ਨੂੰ, ਉਸ ਜਣੇ ਦੇ ਬੱਚੇ ਨੇ ਇਹਦੇ 'ਤੇ ਗੱਲ ਕੀਤੀ ਹੈ। ਬਿਲਕੁਲ ਆਮਿਰ ਮਤੀਨ ਸਾਹਿਬ, ਸਾਡਾ ਸਲਾਮ ਹੈ ਤੁਹਾਨੂੰ, ਕਿਉਂਕਿ ਤੁਸੀਂ ਖੁੱਲ੍ਹ ਕੇ ਇਹਦੇ 'ਤੇ ਗੱਲ ਕੀਤੀ ਹੈ ਔਰ ਬਾਕੀ ਸਾਰੇ ਬੰਦਿਆਂ ਨੇ ਕਲਟੀ ਮਾਰੀ ਹੈ, ਮਤਲਬ ਹੋਰ ਵੀ ਲੋਕਾਂ ਨੇ ਗੱਲ ਕੀਤੀ ਇੱਕਾ ਦੁੱਕਾ, ਲੇਕਿਨ ਤੁਸੀਂ ਇਹਦੇ 'ਤੇ ਗੱਲ ਕੀਤੀ ਹੈ, ਸਾਡੇ ਵੱਲੋਂ ਤੁਹਾਨੂੰ ਸਲਾਮ ਹੋਵੇ। ਇਹ ਤੁਹਾਡੇ ਸਾਹਮਣੇ ਸਾਰੀ ਸੂਰਤ ਹਾਲ ਮੈਂ ਰੱਖਣਾ ਚਾਹੁੰਦਾ ਸੀ ਕਿ ਇਹ ਤਾਂ ਬਹੁਤ ਵੱਡਾ ਕੰਮ ਕੀਤਾ ਕਿ ਜੱਜਾਂ ਨੇ ਖੱਤ ਲਿਖ ਦਿੱਤਾ। ਇਸ ਤੋਂ ਵੱਡਾ ਕੰਮ ਤਾਂ ਪਾਕਿਸਤਾਨ ਦੀ ਤਾਰੀਖ 'ਚ ਕੋਈ ਨਹੀਂ। ਔਰ ਹੁਣ ਚੌਧਰੀ ਨਿਜ਼ਾਮਦੀਨ ਦਾ ਸਾਰਾ ਪਰਦਾ ਉਹਨਾਂ ਲਾ ਦਿੱਤਾ ਵੀ ਕਿਸ ਤਰ੍ਹਾਂ ਸਾਡੀਆਂ ਏਜੰਸੀਆਂ ਜਿਹੜੀਆਂ ਉਹ ਇਹਨਾਂ ਦੀਆਂ ਫਿਲਮਾਂ ਜੱਜਾਂ ਦੀਆਂ ਔਰ ਇਹਨਾਂ ਨੂੰ ਤੰਗ ਕਰਦੀ ਰਹੀ, ਉਹਨਾਂ ਕੋਲ ਮਰਜ਼ੀ ਦੇ ਫੈਸਲੇ ਲੈਂਦੀ ਰਹੀ। ਉਹ ਚੇਤੇ ਕਰੋ ਜਦੋਂ ਇਮਰਾਨ ਖਾਨ ਨੇ ਆਖਿਆ ਸੀ ਕਿ ਮੈਂ ਜਨਰਲ ਬਾਜਵਾ ਨੂੰ ਕਿਹਾ ਹੈ ਕਿ ਤੁਸੀਂ ਸਾਡੀਆਂ ਫਿਲਮਾਂ ਬਣਾਉਂਦੇ ਹੋ, ਤੁਹਾਡਾ ਅਸਲ ਕੰਮ ਇਹ, ਤੁਹਾਡਾ ਕੰਮ ਤੇ ਮੁਲਕ ਦੀ ਹਿਫਾਜ਼ਤ ਕਰਨਾ ਹੈ, ਤੁਸੀਂ ਕਿਹੜੇ ਕੰਮ ਨੂੰ ਲੱਗੇ ਹੋ? ਆਵਾਮ ਤੁਹਾਨੂੰ ਟੈਕਸ ਦਾ ਪੈਸਾ ਇਸ ਲਈ ਤਾਂ ਨਹੀਂ ਦਿੰਦੀ ਕਿ ਤੁਸੀਂ ਸਾਡੀਆਂ ਫਿਲਮਾਂ ਬਣਾਓ ਤੇ ਸਾਨੂੰ ਬਲੈਕਮੇਲ ਕਰੋ। ਉਹ ਗੱਲ ਅੱਜ ਸਾਬਤ ਹੋ ਗਈ ਇਹਨਾਂ ਜੱਜਾਂ ਦੀ ਗੱਲ ਤੋਂ ਬਾਅਦ ਵੀ ਕਿ ਕੰਮ ਸਾਰਾ ਜਿਹੜਾ ਨਾ ਅਸੀਂ ਬਸ ਇੱਕ ਦੂਜੇ ਨੂੰ ਹੀ ਬਲੈਕਮੇਲ ਕਰਨ ਤੇ ਲੱਗੇ ਹੋਏ ਹਾਂ, ਦਹਿਸ਼ਤਗਰਦਾਂ ਔਰ ਦੂਸਰੇ ਪਾਸੇ ਸਾਡੀ ਕੋਈ ਤਵੱਜੋ ਨਹੀਂ। ਇਸੇ ਤੋਂ ਕਦੀ ਉਹ ਇੱਥੇ ਦਹਿਸ਼ਤਗਰਦੀ ਕਰ ਦਿੰਦੇ ਨੇ, ਕਦੀ ਉੱਥੇ ਕਰ ਦਿੰਦੇ ਨੇ, ਕਾਸ਼ ਸਾਡੀ ਤਵੱਜੋ ਉਸ ਪਾਸੇ ਹੋਵੇ। ਬਹਰਹਾਲ ਇਹ ਜਿਹੜੀ ਜੱਜਾਂ ਵਾਲੀ ਗੱਲ ਸੀ ਤੋਂ ਇੱਕ ਪਾਸੇ, ਜੋ ਇਹ ਮੀਡੀਆ ਦੇ ਲਿਫਾਫਿਆਂ ਨੇ ਕੀਤਾ, ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸਾਂ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਹ ਜਿਹੜੇ ਨੇ, ਵੇਖੋ ਇਸ ਕੰਮ ਦੇ ਵਿੱਚ ਜਦੋਂ ਕੋਈ ਬੰਦਾ ਇਸ ਕੰਮ ਦੇ ਵਿੱਚ ਇਹ ਚੌਧਰੀ ਨਿਜ਼ਾਮਦੀਨ ਵਾਲੇ ਪਾਸੇ ਖਲੋਣ ਦੀ ਕੋਸ਼ਿਸ਼ ਨਹੀਂ ਕਰੇਗਾ, ਬਲਕਿ ਜੱਜਾਂ ਦੀ ਸਪੋਰਟ ਕਰੇਗਾ। ਐਸੇ ਗੰਦੇ ਪਰਗੰਦੇ ਲਿਫਾਫੇ ਨੇ ਕਿ ਇਸ ਕੰਮ ਦੇ ਵਿੱਚ ਵੀ ਵੇਖੋ ਉਹ ਲਿਫਾਫਾ ਰਿਸੀਵ ਕਰਨ ਵਾਸਤੇ ਆਪਣੀ ਜਾਨ ਤੋੜ ਰਹੇ ਨੇ, ਆਪਣੀ ਮਤਲਬ ਆਪਣਾ ਜਿਹੜਾ ਨਾ ਅੱਡੀਆਂ ਚੁੱਕ ਜ਼ੋਰ ਲਾ ਰਹੇ ਨੇ ਕਿ ਜਨਾਬ ਅਸੀਂ ਨਿਜ਼ਾਮਦੀਨ ਸਾਹਿਬ ਕੋ ਇਹਦੇ ਵਿੱਚ ਵੀ ਲਿਫਾਫਾ ਲੈਣਾ ਹੈ। ਲਓ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ।